हेलो गाइस, वेलकम बैक टू माय चैनल। तो आज की इस वीडियो में हम करेंगे प्लांट किंगडम का फाइलम टेरिडोफाइट्स। पहले की हमने 3 वीडियोस ऑलरेडी डल चुकी है, इंट्रोडक्शन एल्गी और ब्रियोफाइट्स की। अगर आपने नहीं देखी वो, और अगर आपको उन टॉपिक्स में कोई डाउट है, आप समझना चाहते हैं, तो आप उन वीडियोस को देख सकते हैं हमारे चैनल पर विजिट करके। इससे जस्ट पहले ही होंगी, ठीक है। तो टेरिडोफाइट्स की बात करते हैं, ठीक है। टेरिडोफाइट्स इंक्लूड्स होस्टेल्स एंड फंस। हाँ, ये जो सीरीज़ है ये पंजाबी में ही चल रही है, तो लेट्स कंटिन्यू पंजाबी ओनली। टेरिडोफाइट्स ਦੇ ਵਿੱਚ कौन आते हैं? होस्टेल्स एंड फंस। एंड सो टेरिडोफाइट्स में होस्टेल्स एंड फंस आते हैं। टेरिडोफाइट्स आर यूज फॉर मेडिसिनल पर्पसेस एंड एज सॉइल बाइंडर्स, ठीक है। काफ़ी सारी मेडिसिन टेरिडोफाइट्स से बनती हैं और ये सॉइल बाइंडर्स की तरह भी काम करते हैं। ये सॉइल को जकड़ कर रखते हैं, विच प्रिवेंट्स सॉइल इरोजन, यू नो। दे आर फ्रीक्वेंटली ग्रोन एज they are also frequently grown as ornamentals। ਇਹਨਾਂ ਨੂੰ ਕੀ ਹੈ, ornamentals ਦੇ ਤੌਰ ਤੇ, ਮਤਲਬ ਡੈਕੋਰੇਟਿਵ purposes ਦੇ ਤੌਰ ਤੇ ਵੀ ਯੂਜ਼ ਕੀਤਾ ਜਾਂਦਾ। evolutionarily they are the first terrestrial plants to possess vascular tissues, xylem and phloem। ਜਿਹੜੇ ਟੈਰਿਡੋਫਾਈਟਸ ਨੇ ਉਹ ਫਸਟ ਟੈਰਿਸਟਰੀਅਲ ਪਲਾਂਟਸ ਨੇ ਜਿਨ੍ਹਾਂ ਕੋਲ ਜ਼ਾਈਲਮ ਤੇ ਫਲੋਇਮ ਸੀਗਾ। ਉਦੋਂ ਪਹਿਲਾਂ ਜਿਹੜੇ ਆਪਣੇ ਐਲਗੇ ਤੇ ਉਹ ਨੇ, ਹੈ ਨਾ, ਬ੍ਰਿਓਫਾਈਟਸ, ਉਹ ਏਅਰ ਟਰੈਕਿਓਫਾਈਟ ਨੇ। ਉਹਨਾਂ ਦੇ ਕੋਲ ਜ਼ਾਈਲਮ ਫਲੋਇਮ ਵੈਸਕੂਲਰ ਟਿਸ਼ੂਜ਼ ਨਹੀਂ ਸੀਗੇ, ਬਟ ਇਹਨਾਂ ਦੇ ਕੋਲ ਕੀ ਆ, ਵੈਸਕੂਲਰ ਟਿਸ਼ੂਜ਼ ਜ਼ਾਈਲਮ ਐਂਡ ਫਲੋਇਮ ਹੈਗੇ ਸੀ, ਠੀਕ ਹੈ। ਅਤੇ ਹੁਣ ਆਪਾਂ ਦੇਖ ਲਿਆ ਵੀ ਜ਼ਾਈਲਮ ਦੇ ਫਲੋਇਮ ਦੇ ਵਿੱਚ ਇਹਨਾਂ ਕੋਲ ਕਿਹੜੀ ਕਿਹੜੀ ਕੰਪੋਨੈਂਟਸ ਹੈਗੀ ਸੀ ਅਤੇ ਕਿਹੜੀ ਕਿਹੜੀ ਨਹੀਂ ਸੀਗੀ, ਠੀਕ ਹੈ। ਜ਼ਾਈਲਮ ਦੇ ਵਿੱਚ ਤਾਂ ਇਹਨਾਂ ਕੋਲ ਨਾ, ਜੇ ਆਪਾਂ ਜ਼ਾਈਲਮ ਦੀ ਗੱਲ ਕਰੀਏ ਤਾਂ ਜ਼ਾਈਲਮ ਦੇ ਵਿੱਚ ਇਹਨਾਂ ਕੋਲ ਸਿਰਫ ਅਤੇ ਸਿਰਫ ਟਰੈਕਿਡਸ ਹੀ ਸੀਗੇ, ਓਨਲੀ ਟਰੈਕਿਡਸ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਫਲੋਇਮ ਦੀ, ਅਤੇ ਫਲੋਇਮ ਦੇ ਵਿੱਚ ਇਹਨਾਂ ਕੋਲ ਕੀ ਕੀ ਸੀਗਾ ਅਤੇ ਕੀ ਨਹੀਂ ਸੀ। ਫਲੋਇਮ ਦੇ ਵਿੱਚ ਇਹਨਾਂ ਕੋਲ ਇਹਨਾਂ ਦੇ ਕੋਲ ਸੀਵ ਟਿਊਬਸ ਨਹੀਂ ਸੀ, ਬਟ ਸੀਵ ਟਿਊਬਸ ਦੀ ਜਗ੍ਹਾ 'ਤੇ ਇਹਨਾਂ ਦੇ ਕੋਲ ਸੀਗੇ, ਨਹੀਂ ਸੀ ਇਸ ਪਹਿਲੇ ਨਹੀਂ ਹੁੰਦੇ, ਸੌਰੀ SEI ਸੀਵ ਸੈਲਸ ਸੀਗੇ ਇਹਨਾਂ ਦੇ ਕੋਲ ਸੀਵ ਟਿਊਬਸ ਦੀ ਜਗ੍ਹਾ 'ਤੇ। ਅਤੇ ਇਹਨਾਂ ਦੇ ਕੋਲ ਐਲਬਿਊਮਿਨਸ ਸੈਲ ਸੀਗੇ, ਐਲਬਿਊਮਿਨਸ ਸੈਲ ਸੀਗੇ ਇਨ ਪਲੇਸ ਆਫ ਕੰਪੈਨੀਅਨ ਸੈਲਸ। ਅਤੇ ਇਹਨਾਂ ਦੇ ਕੋਲ ਜਿਹੜੇ ਵੈਸਲਸ ਨਹੀਂ ਸੀਗੀਆਂ, ਠੀਕ ਹੈ, ਅਤੇ ਕੰਪੈਨੀਅਨ ਸੈਲਸ ਤਾਂ ਹੈ ਹੀ ਨਹੀਂ ਸੀ, ਰਾਈਟ। ਫਲੋਮ ਫਾਈਬਰਸ, ਫਲੋਇਮ, ਠੀਕ ਹੈ, ਇਹ ਸਭ ਨਹੀਂ ਸੀਗਾ, ਫਲੋਇਮ ਪੈਰੇਨਕਾਈਮਾ, ਠੀਕ ਹੈ। ਜ਼ਾਈਲਮ ਦੇ ਵਿੱਚ ਇਹਦੇ ਕੋਲ ਸਿਰਫ ਟਰੈਕਿਡਸ ਸੀਗੇ। ਫਲੋਇਮ ਦੇ ਵਿੱਚ ਇਹਨਾਂ ਦੇ ਕੋਲ ਸੀਵ ਸੈਲਸ ਸੀਗੇ ਇਨ ਪਲੇਸ ਆਫ ਸੀਵ ਟਿਊਬਸ, ਅਤੇ ਐਲਬਿਊਮਿਨਸ ਸੈਲਸ ਸੀਗੀ ਇਨ ਪਲੇਸ ਆਫ ਕੰਪੈਨੀਅਨ ਸੈਲਸ। ਐਂਡ ਇਹ ਫਸਟ ਟਰੈਕਿਓਫਾਈਟ ਸੀਗੇ, ਠੀਕ ਹੈ। ਅਤੇ ਇਹ ਵੀ ਸਪਰਮੈਟੋਫਾਈਟਸ, ਮਤਲਬ ਇਹਨਾਂ ਦੇ ਵਿੱਚ ਵੀ ਸੀਡ ਫਾਰਮੇਸ਼ਨ ਨਹੀਂ ਹੁੰਦੀ, ਮਤਲਬ ਇਹਨਾਂ ਦੇ ਵਿੱਚ ਨਾ ਸ਼ੁਰੂ ਹੋਈ ਸੀ, ਬਟ ਇੱਕ ਅੱਧੀ ਸਪੀਸ਼ੀਜ਼ ਦੇ ਵਿੱਚ ਸੀਗੀ, ਹੈ ਨਾ। ਤਾਂ ਕਰਕੇ ਆਪਾਂ ਇਹਨਾਂ ਨੂੰ ਸਪਰਮੈਟੋਫਾਈਟ ਤੋਂ ਮਤਲਬ ਓਬਵੀਅਸਲੀ ਨਹੀਂ ਕਹਾਂਗੇ, ਹੈ ਨਾ। ਅਤੇ ਇਹਨਾਂ ਦੇ ਇਹ ਵੀ ਕ੍ਰਿਪਟੋਗਾਮ ਨੇ, ਮਤਲਬ ਇਹਨਾਂ ਦੇ ਵੀ ਜਿਹੜੇ ਸੈਕਸ ਔਰਗਨਸ ਹੁੰਦੇ ਨੇ ਉਹ ਹਿਡਨ ਹੁੰਦੇ ਨੇ। ਐਂਡ ਇਹ ਟੈਰੇਸਟਰੀਅਲ ਪਲਾਂਟਸ ਨੇ, ਠੀਕ ਹੈ। ਜਿਹੜੇ ਫਸਟ ਟੈਰੇਸਟਰੀਅਲ ਪਲਾਂਟਸ ਵੈਸੇ ਕੌਣ ਸੀ? ਬ੍ਰਿਓਫਾਈਟ ਸੀਗੇ, ਬਟ ਉਹ ਐਮਫੀਬੀਅਨ ਸੀ, ਮਤਲਬ ਉਹ ਕੰਪਲੀਟਲੀ ਟੈਰੇਸਟਰੀਅਲ ਨਹੀਂ ਸੀਗੇ, ਠੀਕ ਹੈ। ਉਹ ਸੈਕਸ਼ੂਅਲ ਰਿਪਰੋਡਕਸ਼ਨ ਵਾਸਤੇ ਵਾਟਰ ਦੇ ਉੱਪਰ ਡਿਪੈਂਡੈਂਟ ਸੀਗੇ, ਜਿਹਦੇ ਵਿੱਚ ਦੇ ਆਰ ਕਾਲਡ ਐਜ਼ ਦ ਐਮਫੀਬੀਅਨਸ ਆਫ ਦ ਪਲਾਂਟ ਕਿੰਗਡਮ। ਬਟ ਇਹ ਵਾਟਰ ਦੇ ਉੱਪਰ ਡਿਪੈਂਡੈਂਟ ਨਹੀਂ, ਠੀਕ ਹੈ। ਵਾਟਰ ਤੋਂ ਬਿਨਾਂ ਵੀ ਇਹ ਜਿਉ ਸਕਦੇ ਨੇ। ਨੈਕਸਟ ਕੰਟੀਨਿਊ ਕਰਦੇ ਹਾਂ। ਟੈਰਿਡੋਫਾਈਟਸ ਮੈਡੀਸਿਨ ਪਰਪਸਿਸ ਅਤੇ ਸੋਇਲ ਬਾਈਂਡਰਸ ਦੇ ਤੌਰ 'ਤੇ ਯੂਜ਼ ਹੁੰਦੇ ਨੇ, ਅਤੇ ਔਰਨਾਮੈਂਟਸ ਦੇ ਤੌਰ 'ਤੇ ਵੀ ਯੂਜ਼ ਹੁੰਦੇ ਨੇ। ਅਤੇ ਫਸਟ ਟੈਰੇਸਟਰੀਅਲ ਪਲਾਂਟਸ ਦੇ ਜਿਹਨਾਂ ਦੇ ਕੋਲ ਕੀ ਸੀਗੇ, ਕੀ ਕਹਿੰਦੇ ਨੇ, ਵੈਸਕੂਲਰ ਟਿਸ਼ੂ ਸੀਗੇ, ਜ਼ਾਈਲਮ ਤੇ ਫਲੋਇਮ। ਯੂ ਸ਼ੈਲ ਸਟੱਡੀ ਮੋਰ ਅਬਾਊਟ ਦਿਸ ਟਿਸ਼ੂ ਇਨ ਚੈਪਟਰ 6। ਚੈਪਟਰ 6 ਕਿਹੜਾ ਹੈਗਾ? ਐਨਾਟੋਮੀ ਆਫ ਫਲਾਵਰਿੰਗ ਪਲਾਂਟਸ ਦਾ, ਉਹਦੇ ਵਿੱਚ ਕੁਛ ਹੈਗਾ। ਦ ਟੈਰਿਡੋਫਾਈਟਸ ਆਰ ਫਾਊਂਡ ਇਨ ਕੂਲ ਡੈਂਪ ਸ਼ੇਡੀ ਪਲੇਸਿਸ, ਦੋ some may flourish in well in sandy soil conditions, ਠੀਕ ਹੈ। ਵੈਸੇ ਜਿਹੜੇ ਟੈਰਿਡੋਫਾਈਟਸ ਨੇ ਕੂਲ ਡੈਂਪ ਅਤੇ ਸ਼ੇਡੀ ਪਲੇਸਿਸ, ਮਤਲਬ ਠੰਡੀਆਂ ਜਗ੍ਹਾਵਾਂ ਦੇ ਉੱਪਰ, ਛਾਂਦਾਰ ਜਗ੍ਹਾਵਾਂ ਦੇ ਉੱਪਰ, ਅਤੇ ਮਤਲਬ ਥੋੜ੍ਹੀ ਕਿਚੜ
ਚਿੱਕੜ ਵਾਲੀਆਂ ਜਗ੍ਹਾਵਾਂ ਦੇ ਉੱਪਰ ਮਿਲਦੇ ਨੇ। ਅਤੇ ਜਿਹੜੇ ਆਪਣੇ ਉਹ ਸੀਗੇ ਐਲਗੇਸ ਉਹ ਲਾਰਜਲੀ ਐਕੁਆਟਿਕ ਸੀਗੇ, ਬਟ ਫਿਰ ਵੀ ਮੋਇਸਟ ਸਟੋਨਸ ਸੋਇਲਸ ਤੇ ਵੁੱਡ ਦੇ ਉੱਪਰ ਮਿਲ ਜਾਂਦੀ ਸੀਗੀ। ਐਂਡ ਜਿਹੜੇ ਆਪਣੇ ਉਹ ਸੀਗੇ ਬ੍ਰਿਓਫਾਈਟਸ ਸੀਗੇ ਹੈ ਨਾ, ਉਹ ਮੋਇਸਟ ਸ਼ੇਡੀ ਪਲੇਸਿਸ ਦੇ ਵਿੱਚ ਮਿਲਦੇ ਸੀਗੇ। ਅਤੇ ਕਿੱਥੇ ਨੇ ਮਿਲਦੇ ਨੇ? ਕੂਲ ਡੈਮ ਸ਼ੇਡੀ ਪਲੇਸਿਸ। ਅਤੇ ਜਿਹੜੇ ਬ੍ਰਿਓਫਾਈਟਸ ਉਹ ਹਾਈ ਹਿਊਮਿਡਿਟੀ ਰੀਜਨਸ ਦੇ ਵਿੱਚ ਮਿਲਦੇ ਸੀ। You may recall that in bryophytes, the dominant phase in the life cycle is the gametophytic plant body. ठीक है, bryophytes ਦੇ ਵਿੱਚ ਜਿਹੜੀ gametophytic plant body ਸੀ ਉਹ dominant phase ਸੀ, but pteridophytes ਦੇ ਜਿਹੜੀ main plant body ਹੈ ਉਹ sporophyte ਹੈ। ਠੀਕ ਹੈ, ਜਿਹੜੇ ਕਿ true root stem ਤੇ leaves ਦੇ ਵਿੱਚ differentiated ਹੁੰਦੀ ਹੈ। ਮਤਲਬ ਇਹ ਹੋਰ ਕੀ ਨਹੀਂ, ਇਹ ਥੈਲੋਫਾਈਟ ਨੇ। ਇਹ ਥੈਲੋਫਾਈਟ ਨਹੀਂ, ਥੈਲੋਫਾਈਟ ਉਹ ਜਿਹਨਾਂ ਦੇ ਕੋਲ ਟਰੂ ਰੂਟ ਸਟੈਮ ਲੀਵਸ ਨਹੀਂ ਹੁੰਦੇ ਉਹਨੂੰ ਆਪਾਂ ਥੈਲੋਫਾਈਟ ਕਹਿੰਦੇ ਹਾਂ। ਅਤੇ ਇਹ ਥੈਲੋਫਾਈਟ ਕੌਣ ਹੋਏ? ਜਿਹਨਾਂ ਦੇ ਕੋਲ ਟਰੂ ਰੂਟ ਸਟੈਮਸ ਤੇ ਲੀਵਸ ਹੁੰਦੇ ਨੇ, ਅਤੇ ਇਹਨਾਂ ਨੇ ਕਹਿੰਦੇ ਕੋਲ ਹੁੰਦੇ ਨੇ, ਅਤੇ ਇਹ ਕੀ ਹੋਣਗੇ? ਇਹ ਥੈਲੋਫਾਈਟ ਹੋਣਗੇ। ਐਂਡ ਹਾਂ, these organs possess well differentiated vascular tissue। ਵਧੀਆ ਵੈਸਕੂਲਰ ਟਿਸ਼ੂ ਮਤਲਬ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ, ਮਤਲਬ ਅਮੋਰਫਸ ਵੈਸਕੂਲਰ ਟਿਸ਼ੂ ਨਹੀਂ ਹੈਗਾ ਇਹਨਾਂ ਦੇ ਕੋਲ, ਵੈਲ ਡਿਫਰੈਂਸ਼ੀਏਟਡ ਵੈਸਕੂਲਰ ਟਿਸ਼ੂ ਆ। ਜਿਹੜੇ ਲੀਵਸ ਹੁੰਦੇ ਨੇ ਟੈਰੀਡੋਫਾਈਟਸ ਦੇ, ਠੀਕ ਹੈ, ਉਹ ਸਮੋਲ ਵੀ ਹੋ ਸਕਦੇ ਨੇ ਅਤੇ ਲਾਰਜ ਵੀ ਹੋ ਸਕਦੇ ਨੇ। ਸਮੋਲ ਮਾਈਕਰੋਫਿਲਸ ਕਹਿੰਦੇ ਆ, ਉਹ ਪ੍ਰੈਜ਼ੈਂਟ ਹੁੰਦੇ ਨੇ ਸੈਲੇਜੀਨਾਲਾ ਦੇ ਵਿੱਚ, ਅਤੇ ਲਾਰਜ ਜਿਹਨਾਂ ਨੂੰ ਮੈਕਰੋਫਿਲਸ ਕਹਿੰਦੇ ਉਹ ਫਰਨਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਰਾਈਟ। ਅਤੇ ਜਿਹੜੇ ਸਪੋਰੋਫਾਈਟਸ ਹੁੰਦੇ ਨੇ, ਸਪੋਰੋਫਾਈਟਸ bear sporangia that are subtended by leaf-like appendages called sporophylls। ठीक है, sporophyta, right? Sporophyta, this is sporophyte। ਇਹਨਾਂ ਦੀ ਕੋਲ ਨਾ ਲੀਫ ਲਾਈਕ ਅਪੈਂਡੇਜਸ ਹੋਣਗੇ, ਅਤੇ ਇਹ ਲੀਫ ਲਾਈਕ ਅਪੈਂਡੇਜਸ ਨੂੰ ਕਿਹਾ ਜਾਂਦਾ ਹੈਗਾ ਸਪੋਰੋਫਿਲਸ। ठीक है, in some cases sporophylls may form distinct compact structures called stropilla। मान लो इतने एक लीफ लाइक appendage C, बट ये एक डिस्टिंक्ट कंपैक्ट स्ट्रक्चर बना सकते जिन्होंने स्ट्रोबिला कहते हैं। स्ट्रोबिला है मतलब यही डिस्टिंक्ट कंपैक्ट स्ट्रक्चर बनाते हैं ਜਿਹਨੂੰ ਸਟ੍ਰੋਬਿਲਾ ਕਹਿੰਦੇ ਆ। ਅਤੇ ਇਹਦੇ ਵਿੱਚ ਕੀ ਆ, ਮਿਓਸਿਸ ਦੇ ਨਾਲ ਇਹਦੇ ਅੰਦਰ ਸਟ੍ਰੋਬਿਲਾ ਦੇ ਅੰਦਰ ਸਪੋਰਸ ਬਣਦੇ ਨੇ, ਠੀਕ ਹੈ। ਅਤੇ ਇਹਦੇ ਵਿੱਚ ਸਟ੍ਰੋਬਿਲਾ ਹੀ ਹੈ, ਇਹ ਕੀ ਆ, ਕੁਛ ਨਹੀਂ ਹੈਗਾ, ਇੱਕ ਡਿਫਰੈਂਸ਼ੀਏਟਡ ਸਪੋਰੋਫਿਲ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਕੁਝ ਸਪੋਰੋਫਿਲਸ ਕਿਹਦੇ ਵਿੱਚ ਡਿਫਰੈਂਸ਼ੀਏਟ ਹੋ ਜਾਂਦੇ ਨੇ, ਕੀ ਫਾਰਮ ਕਰਦੇ ਨੇ? ਡਿਸਟਿੰਕਟ ਕੰਪੈਕਟ ਸਟਰਕਚਰ ਫਾਰਮ ਕਰਦੇ ਨੇ। ਅਤੇ ਡਿਸਟਿੰਕਟ ਕੰਪੈਕਟ ਸਟਰਕਚਰ ਨੂੰ ਕਿਹਾ ਕੀ ਜਾਂਦਾ? ਉਹਨੂੰ ਕਿਹਾ ਜਾਂਦਾ ਹੈਗਾ ਸਟ੍ਰੋਬਿਲਾ। ਅਤੇ ਸਟ੍ਰੋਬਿਲਾ ਦੇ ਵਿੱਚ ਕੀ ਬਣਦੇ ਨੇ? ਉਹਨਾਂ ਦੇ ਵਿੱਚ ਸਪੋਰ ਮਦਰ ਸੈਲਸ ਹੁੰਦੇ ਨੇ। ਸਟ੍ਰੋਬਿਲਾ ਦੇ ਕੋਲ ਸਪੋਰ ਮਦਰ ਸੈਲ ਹੁੰਦੇ ਨੇ। ਜਿੱਥੇ ਵੀ ਵਰਡ ਆ ਗਿਆ ਮਦਰ ਸੈਲ ਮੀਨਸ ਡਿਪਲੋਇਡ ਹੋਊਗਾ, ਠੀਕ ਹੈ। ਆਲਵੇਸ ਰਿਮੈਂਬਰ, ਅਤੇ ਉਹ ਮਿਓਸਿਸ ਬਣਾ ਕੇ ਕੁਛ ਨਾ ਕੁਛ ਹੈਪਲੋਇਡ ਬਣਾ ਰਿਹਾ ਹੋਊਗਾ। ਅਤੇ ਸਪੋਰ ਮਦਰ ਸੈਲਸ ਸਟ੍ਰੋਬਿਲਾ ਦੇ ਵਿੱਚ ਮਿਓਸਿਸ ਕਰਕੇ, ਮਿਓਸਿਸ ਤੋਂ ਬਾਅਦ ਰਿਡਕਸ਼ਨ ਡਿਵੀਜ਼ਨ ਤੋਂ ਬਾਅਦ ਸਪੋਰਸ ਬਣਾਉਂਦੇ ਨੇ, ਠੀਕ ਹੈ। ਜਿਹੜੇ ਸਪੋਰਸ ਨੇ ਉਹ ਕੀ ਹੈ, ਜਰਮੀਨੇਟ ਕਰਦੇ ਨੇ ਟੂ ਗਿਵ ਰਾਈਜ਼ ਟੂ ਨਿਊ ਇੰਡੀਵਿਜੂਅਲਸ, ਟੂ ਨਿਊ ਪਲਾਂਟਸ, ਠੀਕ ਹੈ। ਅਤੇ ਕਾਹਦੇ 'ਚ ਜਰਮੀਨੇਟ ਹੁੰਦੇ? ਇੱਕ ਗੈਮੇਟੋਫਾਈਟ ਬਣਾਉਂਦੇ ਨੇ, ਠੀਕ ਹੈ। ਸਪੋਰਸ ਅਸਲ ਦੇ ਵਿੱਚ ਕੀ ਬਣਾਉਂਦੇ ਨੇ, ਕਾਹਦੇ 'ਚ ਜਰਮੀਨੇਟ ਕਰਦੇ ਨੇ? ਉਹ ਗੈਮੇਟੋਫਾਈਟ ਬਣਾਉਂਦੇ ਨੇ, ਠੀਕ ਹੈ। ਜਿਹੜਾ ਇਨਕੌਨਸਪੀਸ਼ੀਅਸ ਹੁੰਦਾ ਹੈਗਾ, ਸਮੋਲ ਹੁੰਦਾ ਹੈਗਾ, ਮਲਟੀ ਸੈਲੂਲਰ। ਇਨਕੌਨਸਪੀਸ਼ੀਅਸ ਮਤਲਬ ਇਹਦਾ ਕੁਛ ਵੀ ਨਾ ਸਹੀ ਤਰ੍ਹਾਂ ਵਿਜ਼ੀਬਲ ਨਹੀਂ ਹੁੰਦਾ, ਅਮੋਰਫਸ ਜਿਹਾ ਕਹਿ ਸਕਦੇ ਹੋ, ਠੀਕ ਹੈ। ਉਬੜ ਖਾਬੜ ਜਿਹਾ ਹੁੰਦਾ ਹੈਗਾ, ਠੀਕ ਹੈ, ਕਾਫੀ ਸਮੋਲ ਹੁੰਦਾ, ਬਟ ਸਮੋਲ ਹੁੰਦਾ, ਇਨਕੌਨਸਪੀਸ਼ੀਅਸ ਨਹੀਂ ਹੁੰਦਾ, ਬਟ ਇਹ ਮਲਟੀ ਸੈਲੂਲਰ ਹੁੰਦਾ ਹੈਗਾ, ਠੀਕ ਹੈ। ਮਲਟੀ ਸੈਲੂਲਰ ਗੈਮੇਟੋਫਾਈਟ ਬਣਾਉਂਦੇ ਨੇ। ਅਤੇ ਜਿਹੜਾ ਇਹ ਹੁੰਦਾ ਹੈਗਾ, ਅਨਲਾਈਕ ਕਿ ਜਿਹੜਾ ਆਪਣੇ ਮੋਸਿਸ ਦੇ ਵਿੱਚ ਜਿਹੜਾ ਸਪੋਰੋਫਾਈਟ ਹੈ ਉਹ ਕੀ ਆ, ਡੋਮੀਨੈਂਟ ਨਹੀਂ ਹੈਗੀ, ਪਰ ਉਹ ਕੀ ਆ, ਪਰਸਿਸਟ ਕਰਦੇ ਔਨ ਦਾ ਗੈਮੇਟੋਫਾਈਟ, ਫਰੀ ਲਿਵਿੰਗ ਨਹੀਂ ਹੁੰਦਾ। ਪਰ ਜਿਹੜਾ ਆਪਾਂ ਟੈਰੀਡੋਫਾਈਟ ਕਰੀ ਉਹਦੇ ਵਿੱਚ ਡੋਮੀਨੈਂਟ ਸਟੇਜ ਕੀ ਸਪੋਰੋਫਾਈਟ ਹੈ, ਹੈ ਨਾ। ਅਤੇ ਜਿਹੜੀ ਗੈਮੇਟੋਫਾਈਟ ਆ ਉਹ ਡੋਮੀਨੈਂਟ ਸਟੇਜ ਨਹੀਂ ਹੈਗੀ, ਠੀਕ ਹੈ। ਡਿਸਪਾਈਟ ਬੀਇੰਗ ਕਿ ਉਹ ਰਿਸੈਸਿਵ ਸਟੇਜ ਹੈ ਨਾ, ਡੋਮੀਨੈਂਟ ਨਹੀਂ ਹੈਗੀ, ਪਰ ਫਿਰ ਵੀ ਉਹ ਕਹਿੰਦੀ ਮੇਰੇ 'ਚ ਤਾਕਤ ਹੈ। ਗੈਮੇਟੋਫਾਈਟ ਕਹਿੰਦੇ ਮੇਰੇ 'ਚ ਤਾਕਤ ਹੈ, ਮੈਂ ਇਕੱਲਾ ਰਹਿ ਸਕਦਾ ਹਾਂ, ਫਰੀ ਲਿਵਿੰਗ ਆ। ਉਹ ਸਪੋਰੋਫਾਈਟ ਵਾਂਗੂ ਕਾਇਰ ਨਹੀਂ ਹੈਗਾ, ਉਹ ਇਕੱਲਾ ਰਹਿ ਸਕਦਾ, ਠੀਕ ਹੈ। ਮੋਸਟਲੀ ਫੋਟੋਸਿੰਥੈਟਿਕ ਥੈਲੋਇਡ ਗੈਮੇਟੋਫਾਈਟਸ, ਠੀਕ ਹੈ। ਮੋਸਟਲੀ ਫੋਟੋਸਿੰਥੈਟਿਕ ਥੈਲੋਇਡ, ਇਹ ਵੀ ਥੈਲੋਇਡ ਹੁੰਦੇ ਨੇ। ਇਹਨਾਂ ਦੇ ਜਿਹੜਾ ਮੇਨ ਪਲਾਂਟ ਬੋਡੀ ਆ ਸਪੋਰੋਫਾਈਟ, ਉਹ ਇਹ ਥੈਲੋਇਡ ਹੁੰਦੀ ਆ, ਤਾਂ ਕਰਕੇ ਇਹ ਥੈਲੋਫਾਈਟਾਂ ਨੇ। ਪਰ ਇਹਨਾਂ ਦੀ ਜਿਹੜੀ ਦੂਜਾ ਹੈ ਨਾ, ਜਿਹੜਾ ਘੱਟ ਟਾਈਮ ਵਾਸਤੇ ਜਿਹੜੀ ਜਨਰੇਸ਼ਨ ਆਉਂਦੀ ਆ ਗੈਮੇਟੋਫਾਈਟ, ਉਹ ਥੈਲੋਇਡ ਆ, ਉਹ ਇਨਕੌਨਸਪੀਸ਼ੀਅਸ ਆ, ਸਮੋਲ ਹੋਣ ਦੇ ਬਾਵਜੂਦ ਵੀ ਮਲਟੀ ਸੈਲੂਲਰ ਆ, ਫਰੀ ਲਿਵਿੰਗ ਆ, ਖੁਦ ਫੋਟੋਸਿੰਥੇਸਿਸ ਕਰਕੇ ਆਪਦਾ ਫੂਡ ਖੁਦ ਬਣਾਉਂਦੀ ਆ, ਠੀਕ ਹੈ।
ਤੇ ਇਹਨੂੰ ਕਿਹਾ ਜਾਂਦਾ ਹੈਗਾ ਪ੍ਰੋਥੈਲਸ। ਥੀਸ ਗੈਮੇਟੋਫਾਈਟਸ ਰਿਕੁਆਇਰ ਕੂਲ ਡੈਂਪ ਸ਼ੇਡੀ ਪਲੇਸਿਸ ਟੂ ਗਰੋ। ਤੇ ਇਹਨਾਂ ਨੂੰ ਕੀ ਆ, ਠੰਡੀਆਂ ਜਗ੍ਹਾਵਾਂ ਚਾਹੀਦੀਆਂ ਹੁੰਦੀਆਂ ਨੇ, ਛਾਂਦਾਰ ਜਗ੍ਹਾਵਾਂ ਚਾਹੀਦੀਆਂ ਹੁੰਦੀਆਂ ਨੇ ਗਰੋ ਕਰਨ ਵਾਸਤੇ। ਬਿਕੋਜ਼ ਆਫ ਦਿਸ ਸਪੈਸੀਫਿਕ ਰਿਸਟ੍ਰਿਕਟਡ ਰਿਕੁਆਇਰਮੈਂਟ ਐਂਡ ਦ ਨੀਡ ਫॉर water for fertilization, need off होने चाहिए same thing. The spread of living pteridophytes is limited and restricted to narrow geographical regions. वैसे तो फर्स्ट terrestrial plants ने जो कि completely without water रह सकते नहीं, ठीक है, but मतलब काफ़ी हद तक रह सकते नहीं। ब्रेयोफाइट्स ਦੇ ਲਈ ਇਹਨਾਂ ਨੂੰ ਪਾਣੀ ਨਹੀਂ ਚਾਹੀਦਾ ਹੁੰਦਾ, ਠੀਕ ਹੈ, ਪਰ ਫਿਰ ਵੀ ਇਹਨਾਂ ਨੂੰ ਇਹਨਾਂ ਦੀ ਇਹ ਰਿਸਟ੍ਰਿਕਟਡ ਰਿਕੁਆਇਰਮੈਂਟ ਹੈ ਕਿ ਇਹਨਾਂ ਦੇ ਜਿਹੜਾ ਗੈਮੇਟੋਫਾਈਟ ਹੈ ਨਾ ਉਹਨੂੰ ਕੂਲ ਡੈਮ ਸ਼ੇਡੀ ਪਲੇਸਿਸ ਚਾਹੀਦੇ ਆ, ਠੀਕ ਹੈ, ਤੇ ਫਰਟੀਲਾਈਜੇਸ਼ਨ ਦੇ ਲਈ, ਠੀਕ ਹੈ, ਵਾਟਰ ਦੀ ਵੀ ਲੋੜ ਪੈਂਦੀ ਹੈ, ਠੀਕ ਹੈ। ਇਸ ਕਰਕੇ ਜਿਹੜਾ ਲਿਵਿੰਗ ਟੈਰੀਡੋਫਾਈਟਸ ਨੇ, ਠੀਕ ਹੈ, ਉਹਨਾਂ ਦਾ ਸਪਰੈਡ ਕਾਫੀ ਘੱਟ ਆ, ਠੀਕ ਹੈ, ਲਿਮਿਟਡ ਆ, ਨੈਰੋ ਜੀਓਗ੍ਰਾਫੀਕਲ ਰੀਜਨਸ ਤੱਕ ਹੀ ਲਿਮਿਟਡ ਆ, ਮਤਲਬ ਕੁਛ ਜੀਓਗ੍ਰਾਫੀਕਲ ਰੀਜਨਸ ਦੇ ਵਿੱਚ ਹੀ ਟੈਰੀਡੋਫਾਈਟਸ ਪਾਏ ਜਾਂਦੇ ਨੇ। ਦ ਗੈਮੇਟੋਫਾਈਟਸ ਬੀਅਰ ਮੇਲ ਐਂਡ ਫੀਮੇਲ ਸੈਕਸ ਆਰਗਨਸ ਕਾਲਡ ਐਂਥਰੀਡੀਆ ਐਂਡ ਆਰਕੀਗੋਨੀਆ। ਗੇਮੀਟੋਫਾਈਟਸ ਦੇ ਕੋਲ ਕੀ ਹੁੰਦੇ ਨੇ, ਮੇਲ ਤੇ ਫੀਮੇਲ ਸੈਕਸ ਆਰਗਨਸ ਹੁੰਦੇ ਨੇ ਜਿਹਨੂੰ ਕਿ ਐਂਥਰੀਡੀਆ ਤੇ ਆਰਕੀਗੋਨੀਆ ਕਿਹਾ ਜਾਂਦਾ, ਤੇ ਮੇਲ ਸੈਕਸ ਆਰਗਨਸ ਨੂੰ ਕਿਹਾ ਜਾਂਦਾ ਐਂਥਰੀਡੀਆ ਐਂਡ ਫੀਮੇਲ ਸੈਕਸ ਆਰਗਨ ਨੂੰ ਕਿਹਾ ਜਾਂਦਾ ਹੈਗਾ ਆਰਕੀਗੋਨੀਆ। ਸੇਮ ਲਿਵਰਵੋਰਸ ਦੇ ਵਿੱਚ ਵੀ ਸੇਮ ਹੀ ਨਾਮ ਸੀ, ਹੈ ਨਾ, ਤੇ ਐਂਥਰੀਡੀਅਮ ਕਿਹਾ ਜਾਂਦਾ ਸੀਗਾ ਮੇਲ ਸੈਕਸ ਆਰਗਨ ਨੂੰ, ਤੇ ਆਰਕੀਗੋਨੀਅਮ ਕਿਹਾ ਜਾਂਦਾ, ਬਸ ਆਰਕੀਗੋਨੀਆ ਉਹ ਪਲੂਰਲ ਹੋ ਗਿਆ ਨਾ, ਤੇ ਆਰਕੀਗੋਨੀਅਮ ਕਿਹਾ ਜਾਂਦਾ ਸੀਗਾ ਫੀਮੇਲ ਸੈਕਸ ਆਰਗਨ ਨੂੰ, ਠੀਕ ਹੈ। ਤੇ ਐਂਥਰੀਡੀਅਮ ਕੀ ਬਣਾਉਂਦਾ ਸੀ, ਐਂਥੀਰੀਓਜ਼ੋਇਡਸ ਬਣਾਉਂਦਾ ਸੀ ਜੋ ਕਿ ਪਾਇਫਲੈਜੈਲੈਂਟਸ, ਠੀਕ ਹੈ। ਇਹਦੇ 'ਚ ਮੈਮੋਸਿਸ ਦੀ ਗੱਲ ਕਰੀਏ ਵਿੱਚ ਦੀ, ਠੀਕ ਹੈ, ਉਹੀ ਬ੍ਰੇਓਫਾਈਟਸ ਦੀ ਕਨਫਿਊਜ਼ਨ ਹੋ ਜਾਣਾ ਕਿ ਇੱਥੇ ਕਿੱਥੇ ਲਿਖਿਆ ਹੋਇਆ ਹੈ ਨਾ। ਗੇਮੀਟੋਫਾਈਟਸ ਦੇ ਕੋਲ ਮੇਲ ਸੈਕਸ ਆਰਗਨਸ ਹੁੰਦੇ ਨੇ ਜਿਹਨੂੰ ਕਿ ਐਂਥਰੀਡੀਆ ਕਿਹਾ ਜਾਂਦਾ, ਫੀਮੇਲ ਸੈਕਸ ਆਰਗਨ ਨੂੰ ਕਿਹਾ ਜਾਂਦਾ ਹੈਗਾ ਆਰਕੀਗੋਨੀਅਮ, ਤੇ ਵਾਟਰ ਜਿਹੜਾ ਹੈਗਾ ਐਂਥੀਰੀਓਜ਼ੋਇਡਸ ਦੀ, ਮਤਲਬ ਮੇਲ ਗੇਮੀਟਸ ਦੇ ਟ੍ਰਾਂਸਫਰ, ਇਹਦੇ ਵਿੱਚ ਵੀ ਮੇਲ ਗੇਮੀਟ ਐਂਥੀਰੀਓਜ਼ੋਇਡਸ ਹੀ ਕਿਹਾ ਜਾਂਦਾ, ਉਹਦੇ ਵਿੱਚ ਵੀ ਐਂਥੀਰੀਓਜ਼ੋਇਡ ਹੀ ਕਿਹਾ ਜਾਂਦਾ ਸੀਗਾ, ਠੀਕ ਹੈ। ਵਾਟਰ ਐਂਥੀਰੀਓਜ਼ੋਇਡ ਦੇ ਟ੍ਰਾਂਸਫਰ ਦੇ ਲਈ ਜ਼ਰੂਰੀ ਹੁੰਦਾ, ਠੀਕ ਹੈ। ਜਿਹੜਾ ਮੇਲ ਗੇਮੀਟ ਆ ਉਹ ਐਂਥਰੀਡੀਆ ਰਿਲੀਜ਼ ਕਰਦਾ, ਜਿਹੜਾ ਐਂਥਰੀਡੀਆ ਉਹ ਕੀ ਮੇਲ ਸੈਕਸ ਆਰਗਨ ਆ, ਮੇਲ ਸੈਕਸ ਆਰਗਨ ਐਂਥਰੀਡੀਆ, ਤੇ ਉਹ ਐਂਥੀਰੀਓਜ਼ੋਇਡ ਰਿਲੀਜ਼ ਕਰਦਾ, ਠੀਕ ਹੈ। ਐਂਥੀਰੀਓਜ਼ੋਇਡ ਕੀ ਆ, ਮੇਲ ਗੇਮੀਟ ਆ, ਜਿਹੜਾ ਕਿ ਐਂਥਰੀਡੀਆ ਮੇਲ ਸੈਕਸ ਆਰਗਨ ਦੇ ਦੁਆਰਾ ਰਿਲੀਜ਼ ਕੀਤਾ ਜਾਂਦਾ ਹੈਗਾ ਟੂ ਦ ਮਾਊਥ ਆਫ ਆਰਕੀਗੋਨੀਅਮ ਦੇ ਮਾਊਥ ਤੱਕ। ਅਤੇ ਉਹਦੇ ਬਾਅਦ ਮੇਲ ਗੇਮੀਟ ਅਤੇ ਐਗ ਦੀ ਜਿਹੜੀ ਆ ਫਿਊਜ਼ਨ ਹੁੰਦੀ ਆ ਆਰਕੀਗੋਨੀਅਮ ਦੇ ਅੰਦਰ ਹੁੰਦੀ ਆ, ਅਤੇ ਜਿਹਦੇ ਨਾਲ ਜ਼ਾਈਗੋਟ ਬਣਦਾ। ਜਿਹੜਾ ਜ਼ਾਈਗੋਟ ਉਹਦੇ ਬਾਅਦ ਇਹ ਮਲਟੀ ਸੈਲੂਲਰ ਵੈਲ ਡਿਫਰੈਂਸ਼ੀਏਟਡ ਸਪੋਰੋਫਾਈਟ ਬਣਾਉਂਦਾ, ਜਿਹੜਾ ਕਿ ਡੋਮੀਨੈਂਟ ਫੇਸ ਹੁੰਦਾ ਹੈਗਾ ਟੈਰੀਡੋਫਾਈਟਸ ਦੇ ਵਿੱਚ, ਠੀਕ ਹੈ। ਅਤੇ ਮੈਜੋਰਿਟੀ ਆਫ ਦ ਟੈਰੀਡੋਫਾਈਟਸ ਦੇ ਵਿੱਚ ਜਿਹੜੇ ਸਪੋਰਸ ਹੁੰਦੇ ਨੇ ਉਹ ਸਿਮਿਲਰ ਕਾਇੰਡਸ ਦੇ ਹੁੰਦੇ ਨੇ, ਠੀਕ ਹੈ, ਮਤਲਬ ਜਿਹੜੇ ਸਪੋਰਸ ਹੁੰਦੇ ਨੇ ਉਹ ਸਿਮਿਲਰ ਕਾਇੰਡਸ ਦੇ ਹੁੰਦੇ ਨੇ, ਮੇਲ ਅਤੇ ਫੀਮੇਲ ਸਪੋਰਸ ਅਲੱਗ-ਅਲੱਗ ਨਹੀਂ ਹੁੰਦੇ, ਅਤੇ ਇਸ ਕਰਕੇ ਉਹਨਾਂ ਨੂੰ ਹੋਮੋਸਪੋਰਸ ਕਿਹਾ ਜਾਂਦਾ। ਜਿੱਥੇ ਨਾ ਅਲੱਗ-ਅਲੱਗ ਸਪੋਰਸ ਹੋਣ ਲੱਗ ਗਏ, ਮੇਲ ਅਤੇ ਫੀਮੇਲ ਸਪੋਰਸ ਅਲੱਗ-ਅਲੱਗ ਹੋਣ ਲੱਗ ਗਏ ਨਾ ਜਿਹੜੇ ਪ੍ਰੋਡਿਊਸ ਹੁੰਦੇ ਨੇ, ਠੀਕ ਹੈ, ਸਾਰੇ ਸੇਮ ਸਪੋਰਸ ਨਾ ਪ੍ਰੋਡਿਊਸ ਹੋਣ ਲੱਗੇ, ਉੱਥੇ ਆਉਂਦੀ ਆ, ਪਰ ਮਤਲਬ ਸੀਡਸ ਦਾ ਕੰਸੈਪਟ ਉੱਥੇ ਆਉਂਦਾ, ਠੀਕ ਹੈ। ਇੱਥੇ ਸੀਡਸ ਦਾ ਕੰਸੈਪਟ ਨਹੀਂ ਆਉਂਦਾ ਹੈਗਾ, ਠੀਕ ਹੈ, ਜਿੱਥੇ ਹੋਮੋਸਪੋਰਸ ਹੋਗਾ। ਬਟ ਜਿੱਥੇ ਜਿਹੜੇ ਜੈਨਰ ਹਨ, ਜਿੱਦਾਂ ਕਿ ਸੈਲੇਜਨ ਵਾਲਾ ਹੋ ਗਿਆ, ਹੈ ਨਾ, ਸੈਲਵੀਨੀਆ ਹੋ ਗਿਆ, ਇਹ ਦੋ ਕਾਇੰਡਸ ਆਫ ਸਪੋਰਸ ਬਣਾਉਂਦੇ ਨੇ, ਇੱਕ ਮੈਕਰੋ ਲਾਰਜ, ਠੀਕ ਹੈ, ਅਤੇ ਮਾਈਕਰੋ ਸਮੋਲ ਸਪੋਰਸ, ਠੀਕ ਹੈ। ਮੈਕਰੋ ਅਤੇ ਮਾਈਕਰੋ ਸਪੋਰਸ ਬਣਾਉਂਦੇ ਨੇ। ਜਿਹੜਾ ਫੀਮੇਲ ਸਪੋਰ ਹੁੰਦਾ ਉਹ ਮੈਕਰੋ ਹੁੰਦਾ, ਅਤੇ ਮੇਲ ਸਪੋਰ ਮਾਈਕਰੋ ਹੁੰਦਾ ਹੈਗਾ, ਠੀਕ ਹੈ। ਅਤੇ ਇਹਨਾਂ ਨੂੰ ਆਪਾਂ ਹੈਟਰੋਸਪੋਰਸ ਕਹਿੰਦੇ ਹਾਂ। ਜਿਹੜੇ ਮੈਗਾਸਪੋਰਸ ਐਂਡ ਮਾਈਕਰੋਸਪੋਰਸ ਨੇ ਉਹ ਕੀ ਆ, ਮੈਗਾਸਪੋਰਸ ਜਰਮੀਨੇਟ ਕਰਦੇ ਨੇ ਫੀਮੇਲ ਗੈਮੀਟੋਫਾਈਟ ਨੂੰ ਰਾਈਸ ਦੇਣ ਲਈ, ਅਤੇ ਮਾਈਕਰੋਸਪੋਰਸ ਜਰਮੀਨੇਟ ਕਰਦੇ ਨੇ ਮੇਲ ਗੈਮੀਟੋਫਾਈਟ ਨੂੰ ਰਾਈਸ ਦੇਣ ਲਈ, ਠੀਕ ਹੈ। ਦ ਫੀਮੇਲ ਗੈਮੀਟੋਫਾਈਟਸ ਇਨ ਦਿਸ ਪਲਾਂਟਸ ਆਰ ਰੀਟੇਨਡ ਔਨ ਦ ਪੈਰੈਂਟ ਸਪੋਰੋਫਾਈਟਸ ਫॉर ਵੇਰੀਏਬਲ ਪੀਰੀਅਡਸ, ਠੀਕ ਹੈ। ਜਿਹੜੇ ਫੀਮੇਲ ਗੈਮੀਟੋਫਾਈਟਸ ਹੁੰਦੇ ਨੇ ਇਹਨਾਂ ਪਲਾਂਟਸ ਦੇ ਵਿੱਚ ਉਹ ਵੇਰੀਏਬਲ ਪੀਰੀਅਡਸ ਵਾਸਤੇ ਸਪੋਰੋਫਾਈਟ ਦੇ ਉੱਪਰ ਹੀ ਰਹਿੰਦੇ ਨੇ। ਵੈਸੇ ਤਾਂ ਜਿਹੜਾ ਗੈਮੀਟੋਫਾਈਟ ਆਪਾਂ ਨੇ ਪੜ੍ਹਿਆ ਕਿ ਉਹ ਪ੍ਰੋਥੈਲਸ ਕਿਹਾ ਜਾਂਦਾ ਹੈਗਾ, ਉਹਨੂੰ ਫਰੀ ਲਿਵਿੰਗ ਆ, ਪਰ ਫਿਰ ਵੀ ਟੈਰੀਡੋਫਾਈਟਸ ਦੇ ਵਿੱਚ ਜਿਹੜੇ ਫੀਮੇਲ ਗੈਮੀਟੋਫਾਈਟ ਨੇ ਕੁਝ ਵੱਧ ਟਾਈਮ ਲਈ, ਕਿਸੇ ਦੇ ਵਿੱਚ ਘੱਟ ਟਾਈਮ ਲਈ ਸਪੋਰੋਫਾਈਟ ਦੇ ਉੱਪਰ ਹੀ ਰਹਿੰਦੇ ਨੇ, ਠੀਕ ਹੈ। ਹਾਂ, ਇੱਥੇ ਪਤਾ ਕਿਹਦੀ ਗੱਲ ਹੋ ਰਹੀ ਹੈ, ਦੇ ਆਰ ਟਾਕਿੰਗ ਅਬਾਊਟ ਦ ਹੈਟਰੋਸਪੋਰਸ ਵਨਸ, ਜਿਨ੍ਹਾਂ ਦੇ ਵਿੱਚ ਹੈਟਰੋਸਪੋਰਸ ਨੇ, ਉਹਨਾਂ ਦੇ ਵਿੱਚ ਜਿਹੜਾ ਫੀਮੇਲ ਗੈਮੀਟੋਫਾਈਟ ਹੈ ਉਹ ਉਹ ਸਪੋਰੋਫਾਈਟ ਦੇ ਉੱਪਰ ਹੀ ਰਹਿੰਦਾ ਹੈਗਾ, ਠੀਕ ਹੈ। The female gametophyte in these plants are retained on the parent sporophytes for variable periods. These plants, dedicated plants, Selaginella and Salvinia. ठीक है। The development of the zygotes into young embryos take place within the female gametophyte. ठीक है। zygote ਦੀ development ਹੁੰਦੀ ਆ young embryos ਦੇ ਵਿੱਚ,
ਤੇ ਕਿਹਦੇ ਵਿੱਚ ਹੁੰਦੀ ਹੈ ਇਹ ਫੀਮੇਲ ਗੈਮੇਟੋਫਾਈਟ ਦੇ ਅੰਦਰ ਹੀ ਇਹ ਡਿਵੈਲਪਮੈਂਟ ਹੁੰਦੀ ਹੈ। ਦਿਸ ਇਵੈਂਟ ਇਜ਼ ਦ ਪ੍ਰਕਰਸਰ ਆਫ ਦ ਸੀਡ ਹੈਬਿਟ ਕੰਸੀਡਰ ਐਨ ਇੰਪੋਰਟੈਂਟ ਸਟੈਪ ਇਨ ਐਵੋਲਿਊਸ਼ਨ। ਤੇ ਇਹ ਜਿਹੜੀ ਇਵੈਂਟ ਆ ਮਤਲਬ ਕਿ ਮਾਈਕਰੋਸਪੋਰਸ ਦਾ ਬਣਨਾ ਤੇ ਜਿਹੜਾ ਫੀਮੇਲ ਗੈਮੇਟੋਫਾਈਟ ਆ ਉਹਦਾ ਸਪੋਰੋਫਾਈਟ ਦੇ ਉੱਪਰ ਹੀ ਪਰਸਿਸਟ ਕਰਨਾ ਤੇ ਐਮਬ੍ਰਿਓਨਿਕ ਡਿਵੈਲਪਮੈਂਟ ਹੋਣੀ ਵਿਦਿਨ ਦ ਫੀਮੇਲ ਗੈਮੇਟੋਫਾਈਟ, ਠੀਕ ਹੈ, ਇਹ ਜਨਮ ਦਿੰਦੀ ਆ ਤੇ ਇੰਪੋਰਟੈਂਟ ਸਟੈਪ ਆ ਐਵੋਲਿਊਸ਼ਨ ਦਾ ਤੇ ਜਨਮ ਦਿੰਦੀ ਆ ਇਹ ਸੀਡ ਹੈਬਿਟ ਨੂੰ। ਓਕੇ, ਤੇ ਜਿਹੜੀ ਟੈਰਿਡੋਫਾਈਟਸ ਨੇ ਫਰਦਰ ਹੈਗੀ ਆ 4 ਕਲਾਸਿਸ ਦੇ ਵਿੱਚ ਕੀ ਆ ਕਲਾਸੀਫਾਈ ਕੀਤੇ ਗਏ ਨੇ। ਆਪਾਂ ਵੈਸੇ ਤਾਂ ਐਲਗੀ ਦੀਆਂ 3 ਕਲਾਸਿਸ ਨੇ 3 ਕਲਾਸਿਸ ਨੇ ਕਲੋਰੀਫਾਈਸ਼ੀ, ਫੇਫਾਈਸ਼ੀ ਤੇ ਰੋਡੋਫਾਈਸ਼ੀ ਆਪਾਂ ਨਹੀਂ ਪੜ੍ਹ ਰਹੀਆਂ। ਬ੍ਰਿਓਫਾਈਟਸ ਦੀ 2 ਕਲਾਸਿਸ ਲਿਵਰਵੋਰਸ ਉਹ ਵੀ ਪੜ੍ਹ ਲਈਆਂ। ਪਰ ਹੁਣ ਆਪਾਂ ਅੱਗੇ ਜਿਹੜੇ ਪੜ੍ਹਨ ਲੱਗੇ ਆ ਨਾ ਟੈਰਿਡੋਫਾਈਟਸ, ਸ਼ਿਮਨੋਸਪਰਮਸ, ਇਹਨਾਂ ਦੀ ਆਪਾਂ ਜਿਹੜੀ ਕਲਾਸਿਸ ਨੇ ਉਹ ਡੈਪਥ ਦੇ ਵਿੱਚ ਨਹੀਂ ਪੜ੍ਹਾਂਗੇ। ਓਕੇ, ਸੋ 4 ਕਲਾਸਿਸ ਕਿਹੜੀ ਨੇ ਬਸ ਆਪਾਂ ਉਹ ਦੇਖ ਲੈਂਦੇ ਹਾਂ। ਟੈਰਿਡੋਫਾਈਟਸ ਕੀ ਆ? ਫਾਈਲਮ ਆ, ਕਿਹਦੇ ਕਿੰਗਡਮ ਦੇ ਵਿੱਚ ਆਉਂਦਾ? ਪਲਾਂਟੇ। ਇੱਕ ਵਾਰੀ ਲਿਖ ਲੈਂਦੇ ਹਾਂ ਪਲਾਂਟੇ ਕਿੰਗਡਮ ਆ। ਪਲਾਂਟੇ ਦੇ ਵਿੱਚ 5 ਫਾਈਲ ਆਏ। ਪਹਿਲਾ ਹੈ ਐਲਗੇ, ਥੋੜਾ ਇਹ ਕੁਝ ਸਮਝ ਆਣਾ। ਤੇ ਫਿਰ ਆਇਆ ਬ੍ਰਿਓਫਾਈਟਸ, फिर आया टेरिडोफाइट्स, जिम्नोस्पर्म्स and angiosperms। सो ਐਲਗੇ ਦੇ ਵਿੱਚ 3 ਕਲਾਸਿਸ ਹੁੰਦੀਆਂ ਕਲੋਰੋਫਾਈਸ਼ੀ, ਫੇਫਾਈਸ਼ੀ, ਰੋਡੋਫਾਈਸ਼ੀ। ਬ੍ਰਿਓਫਾਈਟਸ ਦੇ ਵਿੱਚ ਆਉਂਦੇ ਨੇ ਲਿਵਰਵੋਰਟਸ ਤੇ ਮੋਸਿਸ। ਤੇ ਟੈਰਿਡੋਫਾਈਟਸ ਦੇ ਵਿੱਚ ਆਉਂਦੀਆਂ ਨੇ 4 ਕਲਾਸਿਸ, ਠੀਕ ਹੈ। 4 ਕਲਾਸਿਸ ਕਿਹੜੀਆਂ ਨੇ? ਜ਼ਾਈਲੋਪਸਾਈਡਾ, ਲਾਈਕੋਸਾਈਡਾ, ਸਿਨੋਸਾਈਡਾ ਤੇ ਟੈਰਿਫਸਾਈਡਾ, ਠੀਕ ਹੈ। ਥੱਲੇ ਲਿਖੀਆਂ ਹੋਈਆਂ ਨੇ, ਆਪਾਂ ਲਿਖਣ ਦੀ ਲੋੜ ਹੀ ਨਹੀਂ ਹੈ ਨਾ, ਉੱਥੇ ਕਿ ਬਸ ਮੈਂ ਫਲੋ ਦੱਸ ਰਹੀ ਸੀ ਕਿ ਕੀ ਫਲੋ ਚੱਲ ਰਿਹਾ ਹੈਗਾ ਹੁਣ ਤੱਕ, ਰਾਈਟ। ਟੈਰਿਡੋਫਾਈਟਸ ਦੇ ਵਿੱਚ 4 ਕਲਾਸਿਸ ਨੇ, ਜ਼ਾਈਲੋਸਾਈਡਾ, ਲਾਈਕੋਸਾਈਡਾ, ਸਫਿਨੋਸਾਈਡਾ, ਟੈਰੋਸਾਈਡਾ। ਸੋ ਮੈਨੂੰ ਨਹੀਂ ਪਤਾ ਕਿ ਇਹ ਜ਼ਾਈਲੋਪਸਾਈਡਾ ਹੈ ਕਿ ਜ਼ਾਈਲੋਸਾਈਡਾ। I think that P silent here, ਜਿਹਦੇ ਵਿੱਚ I pronounce it as ਜ਼ਾਈਲੋਸਾਈਡਾ, ਲਾਈਕੋਸਾਈਡਾ, ਸਫਿਨੋਸਾਈਡਾ, ਟੈਰੋਸਾਈਡਾ। ਸੋ ਜ਼ਾਈਲੋਸਾਈਡਾ ਜਿਹੜੀ ਕਲਾਸ ਹੈ ਉਹਦੇ ਵਿੱਚ ਆਉਂਦੇ ਆ ਐਗਜ਼ਾਮਪਲ ਜ਼ਾਈਲੋਟਮ ਹੋ ਗਿਆ, ਠੀਕ ਹੈ। ਜ਼ਾਈਲੋ ਤੋਂ ਤੁਹਾਨੂੰ ਜ਼ਾਈਲੋਟਮ सेम मतलब बहुत ईजिली याद रह सकता है कि ਜ਼ਾਈਲੋਸਾਈਡਾ ਦੇ ਵਿੱਚ ਜ਼ਾਈਲੋਟਮ होगा। ਲਾਈਕੋਸਾਈਡਾ तो लाइकोपोडियम तो इसे याद ही रह सकते, ठीक है। सेलेजिना याद नहीं रहा, लाइकोपोडियम ऑब्वियसली याद रहेगा, ठीक है। एंड टीरोसाइडा तो ड्रेयोटेरिस ते टेरिस दोनों ही याद रहेंगे, ठीक है। ड्रेयोटेरिस ते टेरिस सो इतना याद रह गया, ठीक है। ਜ਼ਾਈਲੋਸਾਈਡਾ ਦੇ ਵਿੱਚ ਜ਼ਾਈਲੋਟਮ ਹੁੰਦਾ ਹੈ, ਲਾਈਕੋਸਾਈਡਾ ਦੇ ਵਿੱਚ ਲਾਈਕੋਪੋਡੀਅਮ ਹੁੰਦਾ, ਲਾਈਕੋਪੋਡੀਅਮ ਦੇ ਨਾਲ ਸੈਲੇਜੀਨਾ ਲੱਗ ਹੁੰਦਾ ਵਾ, ਠੀਕ ਹੈ। ਐਂਡ ਸਿਨੋਸਾਈਡਾ ਦੇ ਵਿੱਚ ਇਕੁਇਸਿਟਮ ਹੁੰਦਾ, ਠੀਕ ਹੈ। ਇਕੁਇਸਿਟਮ ਕੀ ਹੁੰਦਾ? ਇਕੁਇਸਿਟਮ ਨੂੰ ਹੋਸਟਲ ਕਹਿੰਦਾ ਤੇ ਇਹ ਸੈਂਡੀ ਏਰੀਆਜ਼ ਦੇ ਵਿੱਚ ਪਾਇਆ ਜਾਂਦਾ ਜਿਹੜਾ ਇਕੁਇਸਿਟਮ ਹੈ, ਠੀਕ ਹੈ। ਇਹਦੀ ਤੁਹਾਨੂੰ ਉਹ ਫੋਟੋ ਵੀ ਦਿੱਤੀ ਹੋਈ ਹੈ, ਉਹ ਆਪਾਂ ਦੇਖਦੇ ਹਾਂ। ਤੇ ਟੀਰੋਸਾਈਡਾ ਦੇ ਵਿੱਚ ਡ੍ਰਿਓਟੈਰਿਸ, ਟੈਰਿਸ ਤੇ ਏਡੀਐਂਟਮ ਹੁੰਦਾ। ਏਡੀਐਂਟਮ ਨੂੰ ਨਾ ਵਾਕਿੰਗ ਫਰਨ ਵੀ ਕਿਹਾ ਜਾਂਦਾ। ਏਡੀਐਂਟਮ ਇਜ਼ ਕਾਲਡ ਐਸ ਵਾਕਿੰਗ ਫਰਨ ਕਿਉਂਕਿ ਤੁਰਦਾ ਹੈਗਾ। ਇਟ ਕੈਨ ਲੋਕੋਮੋਟ ਫਰੋਮ ਵਨ ਪਲੇਸ ਟੂ ਅਨਦਰ। ਐਕਚੁਅਲੀ ਇਹਦੀ ਸ਼ੇਪ ਮਤਲਬ ਇੱਦਾਂ ਦੀਆਂ ਹੈ ਨਾ, ਕੁਛ ਇੱਦਾਂ ਦਾ ਹੈ। ਤਾਂ ਇਹ ਕੀ ਕਰਦਾ, ਇਹ ਪਹਿਲਾਂ ਇਹ ਬੈਂਡ ਹੋ ਜਾਂਦਾ, ਇਹਦੀ ਟਿਪ ਥੱਲੇ ਲੱਗ ਜਾਂਦੀ ਹੈ, ਫਿਰ ਇੱਧਰਲੇ ਪਾਸੇ ਉੱਪਰ ਸਿੱਧਾ ਖੜਾ ਹੋ ਜਾਂਦਾ, ਫਿਰ ਇੱਦਾਂ ਕਰਕੇ ਨਾ ਇਹ ਅੱਗੇ ਜਾ ਸਕਦਾ ਹੈਗਾ। ਤਾਂ ਕਰਕੇ ਏਡੀਐਂਟਮ ਨੂੰ ਵਾਕਿੰਗ ਫਰਨ ਕਿਹਾ ਜਾਂਦਾ ਹੈਗਾ, ਠੀਕ ਹੈ। 4 ਕਲਾਸਿਸ ਜ਼ਾਈਲੋਸਾਈਡਾ, ਲਾਈਕੋਸਾਈਡਾ, ਟੀਰੋਸਾਈਡਾ ਐਂਡ ਇਕੁਇਸਿਟਮ ਕਿਹਦੇ ਇਕੁਇਸਿਟਮ ਹੁੰਦਾ ਸੀ ਸਿਨੋਸਾਈਡਾ 'ਚ, ਓਕੇ। ਜ਼ਾਈਲੋਸਾਈਡਾ, ਲਾਈਕੋਸਾਈਡਾ, ਸਫਿਨੋਸਾਈਡਾ ਐਂਡ ਟੀਰੋਸਾਈਡਾ। ਜ਼ਾਈਲੋਸਾਈਡਾ ਦੇ ਵਿੱਚ ਹੁੰਦਾ ਜ਼ਾਈਲੋਟਮ, ਲਾਈਕੋਸਾਈਡਾ ਦੇ ਵਿੱਚ ਹੁੰਦਾ ਲਾਈਕੋਪੋਡੀਅਮ ਐਂਡ ਸੈਲੇਜੀਨੇਲਾ, ਸਫਿਨੋਸਾਈਡਾ ਦੇ ਵਿੱਚ ਆਉਂਦਾ ਇਕੁਇਸਿਟਮ, ਟੀਰੋਸਾਈਡਾ ਦੇ ਵਿੱਚ ਹੁੰਦਾ ਹੈ ਡ੍ਰਿਓਟੈਰਿਸ, ਟੈਰਿਸ ਐਂਡ ਏਡੀਐਂਟਮ। ਸੋ ਦਿਸ ਇਜ਼ ਆਲ ਆਫ ਇਟ। ਇੱਥੇ ਆਪਣਾ ਹੁੰਦਾ ਖਤਮ ਦਿਸ
ਟੈਰਿਡੋਫਾਈਟਸ ਐਂਡ ਸੀਅਰ। ਹੁਣ ਆਪਾਂ ਇੱਕ ਵਾਰੀ ਫਾਸਟ ਕੁਇਕ ਰਿਵੀਜ਼ਨ ਕਰ ਲੈਂਦੇ ਹਾਂ। ਹੋ ਹਾਂ, ਡਾਇਗਰਾਮ ਤਾਂ ਰਹਿ ਗਏ ਸੀ, ਯਾਦ ਤਾਂ ਕਰਾ ਦੇ ਕਰੋ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਡਾਇਗਰਾਮ ਦਿੱਤਾ ਹੋਏਗਾ ਸੈਲਾਜੀਨਲਾ ਦਾ, ਠੀਕ ਹੈ। ਉਸ ਤੋਂ ਬਾਅਦ ਇਹ ਹੈਗਾ ਆਪਣਾ ਇਕੋਸਿਸਟਮ, and this is our ferns and this is our salvinia. Wow, great. ਸੋ ਹੁਣ ਆਪਾਂ ਇਹਨਾਂ ਦੀ ਥੋੜੀ ਲੇਬਲਿੰਗ ਦੇਖ ਲੈਂਦੇ ਹਾਂ। ਸੈਲਾਜੀਨਾ ਦੇ ਵਿੱਚ ਆਲੀਫਿਕ ਸਟਰਕਚਰਸ ਨੇ, ਠੀਕ ਹੈ, ਤੇ ਇਹ ਰੂਟਸ ਨੇ, these are true roots, okay, they are not, and ਇਹ ਜਿੱਥੇ ਆਲੀਫਿਕ ਸਟਰਕਚਰਸ ਨੇ ਲੀਫ ਲਾਈਕ ਨਹੀਂ, ਇਹ ਲੀਫ ਹੀ ਨੇ, ਠੀਕ ਹੈ, ਟਾਈਨੀ ਲੀਫ ਅਪੈਂਡੇਜਸ ਨੇ, ਇਹੀ ਨੂੰ ਕਿਹਾ ਜਾਂਦਾ ਸਟੈਮ। ਤੇ ਇਹ ਹੈਗਾ ਇਕੋਸਿਸਟਮ, ਜਿਹਨੂੰ ਹੋਸਟੇਲ ਵੀ ਕਿਹਾ ਜਾਂਦਾ ਹੈਗਾ, ਤੇ ਇਹ ਡੈਜ਼ਰਟਸ ਦੇ ਵਿੱਚ ਪਾਇਆ ਜਾਂਦਾ, ਸੰਡੀ ਏਰੀਆਜ਼ ਦੇ ਵਿੱਚ ਪਾਇਆ ਜਾਂਦਾ ਹੈਗਾ, ਠੀਕ ਹੈ। ਇੱਦਾਂ ਹੋਸਟੇਲ ਹੋਣਗੇ ਨਾ ਸਿੱਧਾ ਜਾਂ, ਤਾਂ ਕਰਕੇ ਇਹਨੂੰ ਹੋਸਟੇਲ ਕਿਹਾ ਜਾਂਦਾ, ਠੀਕ ਹੈ। ਐਂਡ ਇਹਦੇ ਉੱਪਰ ਸਟ੍ਰੋਬੇਲਿਸ ਹੈ, ਸਟ੍ਰੋਬੇਲਿਸ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਸਪੋਰ ਮਦਰ ਸੈਲਸ ਹੁੰਦੇ ਨੇ ਜਿਹੜੇ ਕਿ ਮਿਓਸਿਸ ਕਰਕੇ ਸਪੋਰਟਸ ਬਣਾਉਂਦੇ ਨੇ, ਤੇ ਆਹ ਨੋਡਸ ਨੇ, ਠੀਕ ਹੈ। ਨੋਡਸ ਦੇ ਜਿਹੜੇ ਦੋ ਨੋਡਸ ਦੇ ਵਿੱਚ ਵਾਲੀ ਜਗ੍ਹਾ ਨੂੰ ਇੰਟਰਨੋਡ ਕਿਹਾ ਜਾਂਦਾ। ਐਂਡ ਇਹਦੇ ਬ੍ਰਾਂਚਿਸ ਨੇ, ਠੀਕ ਹੈ, ਦੀਸ ਆਲ ਆਰ ਬ੍ਰਾਂਚਿਸ। ਐਂਡ ਇਹ ਜਿਹਦੇ ਨਾਲ ਥੱਲੇ ਅਟੈਚ ਹੁੰਦਾ ਹੈਗਾ ਉਹਨੂੰ ਕਿਹਾ ਜਾਂਦਾ ਹੈਗਾ ਰਾਈਜ਼ੋਮ। ਐਂਡ ਇਹ ਹੈਗੇ ਨੇ ਆਪਣੇ ਇਹ ਹੈਗੇ ਨੇ ਆਪਣੇ ਫਰਨਸ, ਐਂਡ ਦਿਸ ਇਜ਼ ਸਾਲਵੀਨੀਆ, ਠੀਕ ਹੈ। ਆਪਾਂ ਨੂੰ ਪਤਾ ਹੈ ਦੈਟ ਸਾਲਵੀਨੀਆ ਤੇ ਸੈਲਾਜੀਨਾ ਦੇ ਵਿੱਚ ਕੀ ਹੋਇਆ ਸੀ, ਹੈਟਰੋਸਪੋਰਸ ਜਿਹੜੀ ਹੈ ਹੈਬਿਟ ਆਈ ਸੀ ਫਸਟ ਟਾਈਮ। ਸੋ ਉਹਨਾਂ ਜਿਵੇਂ ਕੰਕਲੂਜਨ, ਜਿਹੜੇ ਟੈਰਿਡੋਫਾਈਟਸ ਨੇ ਉਹਨਾਂ ਦੇ ਵਿੱਚ ਕੀ ਹੁੰਦਾ, ਉਹਨਾਂ ਦੇ ਵਿੱਚ ਹੋਸਟੇਲਸ ਤੇ ਫਰਨਸ ਹੁੰਦੇ ਨੇ। ਜਿਹੜੇ ਟੈਰਿਡੋਫਾਈਟਸ ਨੇ ਉਹ ਕੀ ਮੈਡੀਸਨਲ ਪਰਪਸਿਸ ਦੇ ਲਈ ਯੂਜ਼ ਕੀਤੇ ਜਾਂਦੇ ਨੇ, ਤੇ ਐਜ਼ ਅ ਸੋਇਲ ਬਾਈਂਡਰਸ ਦੀ ਇਹਨਾਂ ਦੀ ਬਹੁਤ ਜ਼ਿਆਦਾ ਇਕੋਲੋਜੀਕਲ ਇੰਪੋਰਟੈਂਸ ਹੈਗੀ ਹੈ, ਤੇ ਇਹ ਐਜ਼ ਔਰਨਾਮੈਂਟਸ ਵੀ ਯੂਜ਼ ਕੀਤੇ ਜਾਂਦੇ ਨੇ। ਐਵੋਲਿਊਸ਼ਨਰੀ ਇੱਕ ਇਹ ਫਸਟ ਟੈਰੇਸਟਰੀਅਲ ਪਲਾਂਟ ਸੀਗੇ ਜਿਹਨਾਂ ਦੇ ਕੋਲ ਵੈਸਕੂਲਰ ਟਿਸ਼ੂ ਸੀਗੇ, ਜ਼ਾਈਲਮ ਤੇ ਫਲੋਐਮ, ਠੀਕ ਹੈ। ਤੇ ਜਿਹੜੇ ਟੈਰਿਡੋਫਾਈਟਸ ਨੇ ਕੂਲ ਡੈਂਪ ਤੇ ਸ਼ੈਡੀ ਪਲੇਸਿਸ ਦੇ ਵਿੱਚ ਪਾਏ ਜਾਂਦੇ ਨੇ, ਤੇ ਕੁਝ ਜਿਹੜੇ ਆ ਵਧੀਆ ਤਰੀਕੇ ਨਾਲ ਆਪਾਂ ਨੂੰ ਸੈਂਡੀ ਸੋਇਲ ਕੰਡੀਸ਼ਨ ਦੇ ਵਿੱਚ ਵੀ ਗਰੋ ਕਰਦੇ ਦਿਖੇ ਜਾਣਗੇ, ਠੀਕ ਹੈ। ਆਪਾਂ ਨੇ ਦੇਖਿਆ ਸੀ ਕਿ ਬ੍ਰਿਓਫਾਈਟਸ ਦੇ ਵਿੱਚ ਜਿਹੜਾ ਡੋਮੀਨੇਟ ਫੇਸ ਸੀਗਾ ਉਹ ਵੀ ਗੈਮੇਟੋਫਾਈਟ ਸੀਗਾ, ਠੀਕ ਹੈ। ਜਿਹੜੇ ਸਪੋਰੋਫਾਈਟਸ ਉਹਦੇ ਵਿੱਚ ਉਹ ਡੋਮੀਨੇਟ ਫੇਸ ਨਹੀਂ ਸੀਗਾ, ਉਹ ਰਿਸੈਸਿਵ ਫੇਸ ਸੀਗਾ। ਤੇ ਉਹ ਜਿਹੜਾ ਸਪੋਰੋਫਾਈਟ ਸੀ ਉਹਦੇ ਵਿੱਚ ਉਹ ਫਰੀ ਲਿਵਿੰਗ ਨਹੀਂ ਸੀਗਾ, ਉਹ ਜੇ ਗਰੋ ਕਰਦਾ ਸੀਗਾ ਤਾਂ ਉਹ ਗੈਮੇਟੋਫਾਈਟ ਦੇ ਉੱਪਰ ਹੀ ਗਰੋ ਕਰਦਾ ਸੀ ਤੇ ਉਹ ਤੋਂ ਹੀ ਨਰਿਸ਼ਮੈਂਟ ਲੈਂਦਾ ਸੀਗਾ। ਬਟ ਹੁਣ ਆਪਾਂ ਟੈਰਿਡੋਫਾਈਟਸ ਦੀ ਗੱਲ ਕਰ ਰਹੇ ਹਾਂ, ਤਾਂ ਇਹਨਾਂ ਦੇ ਵਿੱਚ ਜਿਹੜਾ ਡੋਮੀਨੈਂਟ ਫੇਸ ਹੈ ਟੈਰਿਡੋਫਾਈਟਸ ਦੇ ਵਿੱਚ ਉਹ ਹੈਗਾ ਗਾ ਸਪੋਰੋਫਿਟਿਕ ਸਟੇਜ ਜੋ ਹੈ, ਸਪੋਰੋਫਾਈਟ ਇਜ਼ ਦਾ ਡੋਮੀਨੈਂਟ ਫੇਸ। ਜਿਹੜੀ ਟੈਰਿਡੋਫਾਈਟਸ ਦੀ ਮੇਨ ਪਲਾਂਟ ਬੋਡੀ ਆ ਉਹ ਸਪੋਰੋਫਾਈਟ ਹੈ, ਤੇ ਇਹ ਟਰੂ ਰੂਟ ਸਟੈਮ ਤੇ ਲੀਵਸ ਦੇ ਵਿੱਚ ਡਿਫਰੈਂਸ਼ੀਏਟਡ ਆ। ਜਿਹੜਾ ਗੈਮੇਟੋਫਾਈਟ ਆ ਉਹ ਇਨਕੌਨਸਪੀਸ਼ੀਅਸ ਆ, ਠੀਕ ਹੈ, ਹੈਗਾ ਮਲਟੀ ਸੈਲੂਲਰ ਆ, ਫੋਟੋਸੈਂਸਿਟਿਵ ਵੀ ਆ, ਫਰੀ ਲਿਵਿੰਗ ਵੀ ਆ, ਪਰ ਉਹ ਕੀ ਆ, ਥੈਲੋਇਡ ਆ। ਉਹਦੇ ਕੋਲ ਟਰੂ ਲੀਵਸ ਸਟੈਮਸ ਤੇ ਲੀਵਸ ਨਹੀਂ, ਟਰੂ ਲੀਵਸ ਸਟੈਮ ਤੇ ਰੂਟਸ ਨਹੀਂ ਹੈਗੀਆਂ। ਬਟ ਜਿਹੜੀ ਸਪੋਰੋਫਿਟਿਕ ਸਟੇਜ ਹੈ ਟੈਰਿਡੋਫਾਈਟਸ ਦੇ ਵਿੱਚ ਉਹਦੇ ਕੋਲ ਟਰੂ ਲੀਵਸ ਸਟੈਮ ਤੇ ਰੂਟਸ ਹੈਗੀਆਂ ਨੇ, ਠੀਕ ਹੈ। ਇਸ ਕਰਕੇ ਉਹ ਏਥੈਲੋਫਾਈਟ ਆ, ਠੀਕ ਹੈ। ਤੇ ਇਹ ਆਰਗਨਸ ਜਿਹੜੇ ਨੇ ਉਹ ਇਹਨਾਂ ਕੋਲ ਵੈਲ ਡਿਫਰੈਂਸ਼ੀਏਟ ਵੈਸਕੂਲਰ ਟਿਸ਼ੂਜ਼ ਵੀ ਹੈਗੇ ਨੇ। ਆਪਾਂ ਨੇ ਪਹਿਲਾਂ ਹੀ ਪੜ੍ਹਿਆ ਕਿ ਫਸਟ ਟੈਰੇਸਟਰੀਅਲ ਪਲਾਂਟ ਆਰ ਟੂ ਪੋਸੈਸ ਦ ਵੈਸਕੂਲਰ ਟਿਸ਼ੂਜ਼ ਜ਼ਾਈਲਮ ਐਂਡ ਫਲੋਐਮ, ਰਾਈਟ। ਐਂਡ ਜਿਹੜੇ ਲੀਵਸ ਨੇ ਟੈਰਿਡੋਫਾਈਟਸ ਦੇ ਵਿੱਚ ਉਹ ਸਮੋਲ ਵੀ ਹੈ, ਸਮੋਲ ਆਪਾਂ ਮਾਈਕਰੋਫਿਲਸ ਕਹਿੰਦੇ ਹਾਂ, ਤੇ ਮਾਈਕਰੋਫਿਲਸ ਕਿਹਦੇ ਵਿੱਚ ਮਿਲਦੇ ਨੇ ਆਪਾਂ ਨੂੰ, ਸੈਲਾਜੀਨਾ ਦੇ ਵਿੱਚ ਮਿਲਦੇ ਨੇ, ਤੇ ਲਾਰਜ ਵੀ ਹੋ ਸਕਦੇ ਨੇ, ਲਾਰਜ ਨੂੰ ਮੈਕਰੋਫਿਲਸ ਕਹਿੰਦੇ, ਤੇ ਮੈਕਰੋਫਿਲਸ ਆਪਾਂ ਨੂੰ ਮਿਲਦੇ ਨੇਗੇ ਸੈਲਵੀਨੀਆ ਦੇ ਵਿੱਚ, ਐਂਡ ਫਰਨਸ ਦੇ ਵਿੱਚ। ਸੈਲਵੀਨੀਆ ਤੇ ਸੈਲਾਜੀਨਾ ਲਈ ਮੂੰਹ ਤੇ ਚੜ ਰਹੇ ਆ ਮੇਰੇ ਤਾਂ। ਤੇ ਸਪੋਰੋਫਾਈਟਸ ਦੇ ਕੋਲ ਕੀ ਸਪੋਰੈਂਚੀਆ ਹੁੰਦੇ ਨੇ,